हाँ जी, सत श्री अकाल दोस्तों, एक बार फिर तुहाडा सारिਆਂ ਦਾ स्वागत है तुहाडे अपने यूट्यूब चैनल KB क्लासेस सरदूलगढ़ ਦੇ ਵਿੱਚ। ਤੇ ਇੱਕ ਨਵੀਂ ਹੋਰ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਨਵੀਆਂ ਵੈਕੈਂਸੀਜ਼ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹਾਂ, ਕਿਉਂਕਿ 16000 ਵੈਕੈਂਸੀਜ਼ ਦਾ ਜਿਹੜਾ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਉਸ ਦੇ ਤਹਿਤ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿੱਚ ਵੈਕੈਂਸੀਜ਼ ਜਿਹੜੀਆਂ ਆ ਰਹੀਆਂ ਨੇ। ਬਾਕੀ ਬੱਚਿਆਂ ਵਾਸਤੇ ਮੈਂ ਹੋਰ ਦੱਸ ਦਿੰਦਾ ਵੀ ਸੈਂਟਰ ਗੌਰਮੈਂਟ ਦੇ ਵਿੱਚ ਵੀ ਅੱਛੀ ਖਾਸੀਆਂ ਵੈਕੈਂਸੀਜ਼ ਆਉਣਗੀਆਂ। SSC ਜਿਹੜੀ ਹੈ SSC GD ਦੀਆਂ ਅੱਛੀ ਖਾਸੀਆਂ ਵੈਕੈਂਸੀਜ਼ ਆਉਣਗੀਆਂ। SSC GD ਦੀਆਂ ਅੱਛੀ ਖਾਸੀ ਵੈਕੈਂਸੀਜ਼ ਆਉਣਗੀਆਂ, ਕਿਉਂਕਿ 50 ਤੋਂ 50000 ਦੇ ਪਲੱਸ ਵੈਕੈਂਸੀਜ਼ ਆਉਣਗੀਆਂ। ਇਹਦੀ ਇੱਕ ਪੂਰੀ ਦੀ ਪੂਰੀ ਵੀਡੀਓ ਵੀ ਮੈਂ ਬਣਾਈ ਹੋਈ ਹੈ, ਉਹ ਸਾਡੀ YouTube ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਤਾਂ ਕਿਉਂਕਿ 2024 ਦੇ ਵਿੱਚ ਇਲੈਕਸ਼ਨ ਹੋਣੇ, ਤਾਂ ਸਾਰੀਆਂ ਹੀ ਪਾਰਟੀਜ਼ ਜਿਹੜੀਆਂ ਨੇ, ਚਾਹੇ ਪੰਜਾਬ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਉਹ ਚਾਹੁੰਦੀ ਹੈ ਵੀ ਸਾਡੇ MP ਨੇ ਜਿਹੜੇ ਲੋਕ ਸਭਾ ਦੇ ਵਿੱਚ 13 ਦੇ 13 MP ਸਾਡੇ ਜਾਣ, ਅਤੇ ਉੱਧਰੋਂ BJP ਚਾਹੂਗੀ ਵੀ ਸਾਨੂੰ ਵੱਧ ਤੋਂ ਵੱਧ ਸੀਟਾਂ ਇੱਥੋਂ ਮਿਲਣ। ਤਾਂ ਉਸ ਦੇ ਤਹਿਤ ਬਹੁਤ ਸਾਰੀਆਂ ਵੈਕੈਂਸੀਜ਼ 2024 ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ, ਜਿਹਦਾ ਸਿਲਸਿਲਾ ਹੁਣ ਤੋਂ ਹੀ ਸ਼ੁਰੂ ਹੋ ਚੁੱਕਿਆ ਹੈ। ਤਾਂ PSSB ਬੋਰਡ ਦੇ ਵਿੱਚ ਵਧੀਆ ਵੈਕੈਂਸੀਜ਼, ਅੱਛੇ ਲੈਵਲ ਦੀਆਂ ਵੈਕੈਂਸੀਜ਼ ਫਿਰ ਅਨਾਊਂਸ ਹੋ ਚੁੱਕੀਆਂ ਨੇ, ਜਿਹਦੇ ਵਿੱਚ ਆਪਾਂ ਜੇ ਸਭ ਤੋਂ ਪਹਿਲਾਂ ਗੱਲ ਕਰੀਏ ਜਾਂ ਜਿਹੜੀ ਵੈਕੈਂਸੀਜ਼ ਆ ਗਈ ਉਹ ਆ ਗਈ ਜੀ ਆਪਣੇ ਕੋਲ ਲੈਬੋਰਟਰੀ ਅਟੈਂਡੈਂਟ। ਲੈਬੋਰਟਰੀ ਅਟੈਂਡੈਂਟ ਤੁਹਾਨੂੰ ਪਤਾ ਸਕੂਲਾਂ ਦੇ ਵਿੱਚ ਰੱਖੇ ਜਾਂਦੇ ਨੇ, ਮੋਸਟਲੀ ਜਿਹੜੇ ਲੈਬਸ ਵਗੈਰਾ ਦੇ ਵਿੱਚ ਅਟੈਂਡੈਂਟ ਹੁੰਦੇ ਨੇ, ਉਹਨਾਂ ਦੀ ਗੱਲ ਕੀਤੀ ਹੈ। ਤਾਂ ਉਹਦੇ ਵਿੱਚ ਜੇ ਆਪਾਂ ਗੱਲ ਕਰ ਲਈਏ, ਅੱਛਾ ਇਸ ਦੇ ਵਿੱਚ ਵੈਕੈਂਸੀ ਜਿਹੜੀ ਐਲੀਜੀਬਿਲਟੀ ਹੈ ਉਹ ਮੈਂ ਬਾਅਦ ਵਿੱਚ ਡਿਸਕਸ ਕਰਦਾ, ਪਹਿਲਾਂ ਆਪਾਂ ਜਿਹੜੀ ਵੈਕੈਂਸੀਜ਼ ਉਹਦੀ ਗੱਲ ਕਰ ਲੈਂਦੇ ਹਾਂ। ਤਾਂ ਟੋਟਲ ਜਿਹੜੀਆਂ 27 ਵੈਕੈਂਸੀਜ਼ ਨੇ, 27 ਅਸਾਮੀਆਂ ਨੇ, ਜਿਹਦੇ ਵਿੱਚ ਜਰਨਲ ਦੀਆਂ 8 ਨੇ, SC&B ਦੀਆਂ 2 ਨੇ, ਜਿਹਦੇ ਵਿੱਚੋਂ ਦੋਨੇ ਦੇ ਦੋਨੇ ਆ ਰਿਜ਼ਰਵ ਨੇ ਜੀ। ਗਰਲਜ਼ ਵਾਸਤੇ SCR ਉਹਦੀ 1 ਹੈ, ਉਹ ਵੀ ਰਿਜ਼ਰਵ ਹੈ ਜੀ। ਗਰਲਜ਼ ਵਾਸਤੇ BC ਦੀਆਂ 3 ਨੇ, ਜਿਹਦੇ ਵਿੱਚੋਂ 1 ਰਿਜ਼ਰਵ ਹੈ। ਐਕਸ ਸਰਵਿਸਮੈਨ ਜਰਨਲ ਦੀਆਂ 3 ਨੇ, ਜਿਹਦੇ ਵਿੱਚੋਂ 2 ਰਿਜ਼ਰਵ ਨੇ। ASM SC&B ਦੀ 1 ਹੈ, ਅਤੇ ਜਿਹੜੀ ਵੀਮੈਨ ਹੈ ਉਹਦੇ ਵਾਸਤੇ ਕੋਈ ਰਿਜ਼ਰਵ ਨਹੀਂ ਹੈਗੀ ਹੈ, ਠੀਕ ਹੈ ਜੀ। ਤਾਂ ਇਸੇ ਤਰੀਕੇ ਨਾਲ SC ਸਪੋਰਟਸ SC&B ਦੀ 1 ਹੈ, ਅਤੇ ਰਿਜ਼ਰਵ ਨਹੀਂ ਹੈਗੀ ਹੈ। ਸਪੋਰਟਸ ਜਰਨਲ ਦੀ ਜਿਹੜੀ 1 ਹੈ, ਅਤੇ ਉਹ ਮਹਿਲਾ ਦੇ ਲਈ ਆਰਕਸ਼ਿਤ ਹੈ ਭਾਈ। ਅਤੇ ਬਾਕੀ ਜਿਹੜੀ ਵੈਕੈਂਸੀਜ਼ ਨੇ ਟੋਟਲ ਤੁਸੀਂ ਜਿਹੜੀ ਆਪਾਂ ਦੇਖ ਸਕਦੇ ਹਾਂ, ਤਾਂ ਟੋਟਲ ਕਿੰਨੀਆਂ ਨੇ? 27 ਵੈਕੈਂਸੀਆਂ ਨੇ, ਜਿਨ੍ਹਾਂ ਵਿੱਚੋਂ ਲੇਡੀਜ਼ ਦੇ ਲਈ, ਮਹਿਲਾਵਾਂ ਦੇ ਲਈ ਕਿੰਨੀਆਂ ਵੈਕੈਂਸੀਜ਼ ਨੇ? 9 ਆਰਕਸ਼ਿਤ ਨੇ, ਮਤਲਬ ਮੇਲ ਦੇ ਬਚ ਗਈਆਂ 18। ਉਸ ਤੋਂ ਬਾਅਦ ਅਸਾਮੀ ਦਾ ਜਿਹੜਾ ਨੇਮ ਆ ਗਿਆ ਨੈਕਸਟ, ਲੈਬੋਰਟਰੀ ਸਹਾਇਕ ਆ ਗਿਆ। ਲੈਬੋਰਟਰੀ ਸਹਾਇਕ ਉਹ ਵਾਰਡ ਅਟੈਂਡੈਂਟ ਸੀਗਾ, ਲੈਬੋਰਟਰੀ ਸਹਾਇਕ ਆ ਗਿਆ, ਜਿਹਦੇ ਵਿੱਚ ਟੋਟਲ 9 ਵੈਕੈਂਸੀਜ਼ ਨੇ। ਜਰਨਲ ਦੀ 1 ਹੈ, SC&B 1 ਹੈ। ਇੱਧਰਲੇ ਪਾਸੇ ਮਹਿਲਾਵਾਂ ਦੇ ਲਈ ਆਰਕਸ਼ਿਤ ਹੈ, ਤੁਸੀਂ ਦੇਖ ਸਕਦੇ ਹੋ। ਟੋਟਲ 9 ਦੇ ਵਿੱਚੋਂ 4 ਮਹਿਲਾਵਾਂ ਦੇ ਲਈ ਨੇ, ਮਤਲਬ 5 ਮੇਲ ਦੇ ਨਹੀਂ। ਵਿਭਾਗ ਦਾ ਨਾਮ ਨੈਕਸਟ ਕੀ ਆ ਗਿਆ? ਡਾਇਰੈਕਟਰ ਪੁਰਾਲੇਖ ਵਿਭਾਗ ਪੰਜਾਬ, ਜਿਹਦੇ ਵਿੱਚੋਂ ਜਰਨਲ ਦੀ ਹੈ ਇੱਕ ਵੈਕੈਂਸੀ, ਹੋਰ ਕਿਸੇ ਡਿਪਾਰਟਮੈਂਟ ਦੀ ਕੋਈ ਵੈਕੈਂਸੀ ਨਹੀਂ ਹੈ ਭਾਈ। ਦੈਨ ਇਸ ਤੋਂ ਬਾਅਦ ਜੇ ਆਪਾਂ ਲਾਇਬ੍ਰੇਰੀਅਨ ਦੀ ਗੱਲ ਕਰ ਲਈ, ਅਗਲੀ ਸਹਾਇਕ ਲਾਇਬ੍ਰੇਰੀਅਨ ਆ ਗਿਆ। ਲਾਇਬ੍ਰੇਰੀਅਨ ਦੀ ਇੱਕੋ ਹੀ ਵੈਕੈਂਸੀ ਹੈ, ਉਹ ਵੀ ਜਰਨਲ ਦੀ ਹੈ। ਪ੍ਰੂਫ ਰੀਡਰ ਦੀ ਆ ਗਈ ਨੈਕਸਟ, 2 ਅਸਾਮੀਆਂ ਆ ਗਈਆਂ, ਟੋਟਲ 2 ਨੇ, ਜਿਹਦੇ ਵਿੱਚ 1 ਜਰਨਲ ਦੀ ਆ ਗਈ ਅਤੇ 1 SC&B ਦੀ ਆ ਗਈ, ਠੀਕ ਹੈ ਜੀ। ਦੈਨ ਉਸ ਤੋਂ ਬਾਅਦ ਅਸਾਮੀ ਜਿਹੜੀ ਆ ਗਈ ਅੱਗੇ, ਕਾਪੀ ਹੋਲਡਰ ਆ ਗਿਆ। ਕਾਪੀ ਹੋਲਡਰ ਦੀ ਇੱਕੋ ਇੱਕ ਅਸਾਮੀ ਹੈ, ਅਤੇ ਉਹ ਕਿਹਦੀ ਹੈ ਜੀ? SC&B ਦੀ ਹੈ। ਅਤੇ ਬਾਕੀਆਂ ਨੂੰ ਜਰਨਲ ਵਾਲਿਆਂ ਨੂੰ ਭਰਨ ਦਾ ਕੋਈ ਫਾਇਦਾ ਨਹੀਂ ਹੈ ਭਾਈ। SC BC ਨੂੰ ਕਰਨ ਦਾ ਵੀ ਕੋਈ ਫਾਇਦਾ ਨਹੀਂ, ਕਿਉਂਕਿ SC&B ਨੂੰ ਪ੍ਰੈਫਰ ਦਿੱਤਾ ਜਾਏਗਾ। ਨੈਕਸਟ ਫਿਰ ਅਸਾਮੀ ਆ ਗਈ ਜੀ, ਲਾਇਬ੍ਰੇਰੀਅਨ ਦੀ 1 ਅਸਾਮੀ ਹੈ, ਅਤੇ ਉਹ ਵੀ ਜਰਨਲ ਦੀ ਹੈ, ਠੀਕ ਹੈ ਜੀ। ਦੈਨ ਨੈਕਸਟ ਮੋਟਰ ਗੱਡੀ ਇੰਸਪੈਕਟਰ, ਜਿਹਦੇ ਵਿੱਚ 23 ਵੈਕੈਂਸੀਆਂ ਨੇ, ਜਰਨਲ ਦੀਆਂ 8 ਨੇ, SC&B ਦੀਆਂ 2 ਨੇ। ਤਾਂ ਇਸ ਤਰੀਕੇ ਨਾਲ ਟੋਟਲ 23 ਵੈਕੈਂਸੀਜ਼ ਨੇ। ਅਗਲਾ ਜਿਹੜਾ ਆ ਗਿਆ ਦਫ਼ਤਰ ਪ੍ਰਧਾਨ ਮੁੱਖ ਵਣ ਪਾਲਣ, ਫੋਰੈਸਟ ਵਾਲਾ ਆ ਗਿਆ, ਵਣ ਅਤੇ ਜੰਗਲੀ ਸੁਰੱਖਿਆ, ਠੀਕ ਹੈ ਨਾ। ਅਤੇ ਉਹਦੇ ਵਿੱਚ ਟੋਟਲ 3 ਵੈਕੈਂਸੀ ਆ ਗਿਆ ਉਪਰੇਂਜਰ ਦੀਆਂ, ਅਤੇ 3 ਦੇ 3 ਕੀ ਨੇ? ਜਰਨਲ ਦੀਆਂ। ਇਸ ਦੇ ਵਿੱਚੋਂ SCR ਦੀ 1 ਆ ਗਈ, BC ਦੀ 1 ਆ ਗਈ, ਅਤੇ ਟੋਟਲ ਕਿੰਨੀਆਂ ਵੈਕੈਂਸੀਜ਼ ਨੇ ਜੀ? ਇਹਦੇ ਵਿੱਚ 5 ਵੈਕੈਂਸੀਜ਼ ਨੇ। ਉਸ ਤੋਂ ਬਾਅਦ ਮੱਛੀ ਪਾਲਣ ਵਿਭਾਗ ਦੇ ਵਿੱਚ ਆ ਗਈਆਂ ਜੀ ਟੋਟਲ ਜਿਹੜੀਆਂ 25 ਵੈਕੈਂਸੀਜ਼ ਨੇ ਮੱਛੀ ਵਿਭਾਗ ਪਾਲਣ ਦੀਆਂ। 25 ਦੇ ਵਿੱਚੋਂ 8 ਜਰਨਲ ਦੀਆਂ, ਅਤੇ ਬਾਕੀ ਕੈਟਾਗਰੀਜ਼ ਵਾਈਜ਼ ਤੁਸੀਂ ਦੇਖ ਸਕਦੇ ਹੋ। ਇੱਧਰਲੀਆਂ ਮਹਿਲਾਵਾਂ ਵਾਸਤੇ, ਲੇਡੀਜ਼ ਵਾਸਤੇ, ਔਰਤਾਂ ਵਾਸਤੇ ਆਰਕਸ਼ਿਤ ਨੇ। ਹੁਣ ਆਪਾਂ ਮੇਨ ਗੱਲ ਕਰਦੇ ਹਾਂ ਜੀ ਇਹਦਾ ਅਪਲਾਈ ਕਰਨ ਦੇ ਕੋਡ ਆ ਗਏ, ਅਤੇ ਮੇਨ ਇਹਨਾਂ ਦੀ ਆਪਾਂ ਐਲੀਜੀਬਿਲਟੀ ਦੀ ਗੱਲ ਕਰਾਂਗੇ, ਕਿਉਂਕਿ ਐਲੀਜੀਬਿਲਟੀ ਦੇ ਵਿੱਚ ਸਭ ਤੋਂ ਜ਼ਿਆਦਾ ਦਿੱਕਤ ਆਉਂਦੀ ਹੈ ਬੱਚਿਆਂ ਨੂੰ ਵੀ ਕਿਹੜੀ ਅਸਾਮੀ ਵਾਸਤੇ ਕੀ ਕੁਛ ਚਾਹੀਦਾ ਹੈ। ਤਾਂ ਸਭ ਤੋਂ ਪਹਿਲਾਂ ਜਿਹੜੀ ਲੈਬੋਰਟਰੀ ਅਟੈਂਡੈਂਟ ਆਪਾਂ ਕੀਤਾ ਸੀਗਾ, ਜਿਹਦੇ ਵਿੱਚ ਤੁਹਾਨੂੰ ਕਿਹਾ ਸੀ ਵੀ ਪਲੱਸ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਲੈਬੋਰਟਰੀ ਅਟੈਂਡੈਂਟ ਰੱਖੇ ਜਾਂਦੇ ਨੇ। ਤਾਂ ਇਹਦੇ ਵਿੱਚ ਕੀ ਆ ਗਿਆ?
+2 एग्जामिनेशन विद साइंस फ्रॉम ए रिकगनाइज्ड यूनिवर्सिटी और इंस्टीट्यूशन। किसी भी बोर्ड ਦੇ ਵਿੱਚੋਂ +2 ਮੈਡੀਕਲ ਜਾਂ ਨॉन ਮੈਡੀਕਲ ਪਾਸ ਕੀਤੀ ਹੋਣੀ ਚਾਹੀਦੀ ਹੈ। +2 ਸਾਇੰਸ ਹੋਣਾ ਚਾਹੀਦਾ ਹੈ। +2 ਸਾਇੰਸ ਮਤਲਬ ਮੈਡੀਕਲ ਅਤੇ ਨॉन ਮੈਡੀਕਲ ਵਾਲੇ ਬੱਚੇ ਦੋਨੇ ਐਲੀਜੀਬਲ ਹੋਣਗੇ ਤੇ ਮੈਟ੍ਰਿਕ ਲੈਵਲ ਤੱਕ ਪੰਜਾਬੀ ਤਾਂ ਤੁਹਾਨੂੰ ਪਤਾ ਹੈ ਕੰਪਲਸਰੀ ਹੈ। ਲੈਬੋਰਟਰੀ ਸਹਾਇਕ ਦੇ ਵਿੱਚ ਕੀ ਆ ਗਿਆ ਜੀ, ਸ਼ੁੱਡ ਪੋਜੈਸ ਦਾ BSc ਫਰੋਮ ਦਾ ਰਿਕਗਨਾਈਜ਼ਡ ਯੂਨੀਵਰਸਿਟੀ ਔਰ ਇੰਸਟੀਟਿਊਸ਼ਨ ਵਿਦ ਐਨੀ 3 ਇਅਰਸ। ਤਾਂ BSc ਨॉन ਮੈਡੀਕਲ ਵਾਲੇ ਆ ਗਏ ਜੀ। BSc ਨॉन ਮੈਡੀਕਲ ਆ ਗਿਆ। BSc ਆਨਰਸ ਕੀਤੀ ਹੋਣੀ ਚਾਹੀਦੀ ਹੁੰਦੇ ਕਈ ਵਾਰੀ। ਅੱਛਾ ਸੌਰੀ ਕਿਉਂਕਿ BSc ਆਨਰਸ ਦੀ ਗੱਲ ਨਹੀਂ ਕੀਤੀ ਇੱਥੇ। ਕਹਿੰਦਾ ਵਿਦ ਐਨੀ ਆਫ 3 ਸਾਇੰਸ ਸਬਜੈਕਟ ਫਰੋਮ ਦਾ। ਅੱਛਾ ਫਿਜ਼ਿਕਸ ਕੈਮਿਸਟਰੀ ਮੈਥਮੈਟਿਕਸ ਬਾਇਓ ਤਿੰਨੇ ਹੋਣੇ ਚਾਹੀਦੇ ਨੇ ਜੀ। ਤਾਂ ਆਨਰਸ ਵਾਲੇ ਇਸ ਦੇ ਵਿੱਚ ਅਪਲਾਈ ਨਹੀਂ ਕਰ ਸਕਦੇ। ਫਿਜ਼ਿਕਸ ਕੈਮਿਸਟਰੀ ਅਤੇ ਮੈਥਮੈਟਿਕਸ ਤਿੰਨੇ ਹੀ ਸਬਜੈਕਟ ਹੋਣੇ ਚਾਹੀਦੇ ਨੇ। ਫਿਜ਼ਿਕਸ ਕੈਮਿਸਟਰੀ ਅਤੇ ਮੈਥਮੈਟਿਕਸ, ਕਿਉਂਕਿ ਕਈਆਂ ਨੇ BSc ਆਨਰ ਕੀਤੀ ਹੁੰਦੀ ਹੈ ਜਿਹਦੇ ਵਿੱਚ 2 ਸਬਜੈਕਟ ਪੜ੍ਹਦੇ ਨੇ ਤਾਂ ਉਹ ਅਪਲਾਈ ਨਹੀਂ ਕਰ ਸਕਦੇ। ਅਤੇ ਬਾਕੀ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਲਾਇਬ੍ਰੇਰੀ ਵਾਸਤੇ ਤਾਂ ਤੁਹਾਨੂੰ ਪਤਾ ਹੈ BLIV ਵਗੈਰਾ ਦੀ ਗੱਲ ਕੀਤੀ ਹੋਊਗੀ। BLIV ਕੀਤੀ ਹੋਣੀ ਚਾਹੀਦੀ ਹੈ ਜੀ। 3 ਸਾਲ ਦਾ ਐਕਸਪੀਰੀਅੰਸ ਅਸਿਸਟੈਂਟ ਯੂਨੀਵਰਸਿਟੀ ਲਾਇਬ੍ਰੇਰੀਅਨ ਕਾਲਜ ਦੇ ਵਿੱਚ ਹੋਣਾ ਚਾਹੀਦਾ ਹੈ। ਪਲੱਸ ਐਟਲੀਸਟ 120 ਘੰਟਿਆਂ ਦਾ ਜਿਹੜਾ ਕੰਪਿਊਟਰ ਕੋਰਸ ਆ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਕੀ ਆ ਗਿਆ, ਲਾਇਬ੍ਰੇਰੀਅਨ ਦੀ ਜਿਹੜੀ ਪੋਸਟ ਹੈ ਉਹਦੇ ਵਾਸਤੇ BLIV ਆ ਗਿਆ ਜੀ। ਠੀਕ ਹੈ, ਬੈਚਲਰ ਆਫ ਲਾਇਬ੍ਰੇਰੀ ਸਾਇੰਸ ਦਾ। ਫਿਰ ਉਸ ਦੇ ਵਿੱਚ ਸਹਾਇਕ ਲਾਇਬ੍ਰੇਰੀਅਨ ਦੇ ਵਿੱਚ ਕੀ ਆ ਗਿਆ, ਫਿਰ BLIV ਦੀ ਗੱਲ ਕੀਤੀ ਹੈ। ਸਜੈਸਟ ਮੈਟ੍ਰਿਕੂਲੇਸ਼ਨ ਦੇ ਵਿੱਚ ਆ ਗਿਆ, ਪੰਜਾਬੀ ਆ ਗਿਆ। ਇਲੈਕਟਿਵ ਸਬਜੈਕਟ should have possessed matriculation examination with Punjabi is one of the compulsory or the elective subject of the other equivalent examination। ਪੰਜਾਬੀ ਪਾਸ ਹੋਣੀ ਚਾਹੀਦੀ ਹੈ ਕੁੱਲ ਮਿਲਾ ਕੇ 10ਵੀਂ ਦੇ ਵਿੱਚ। 10ਵੀਂ ਕਲਾਸ ਦੇ ਵਿੱਚ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ। ਦੈਨ ਨੈਕਸਟ ਕੀ ਆ ਗਿਆ, ਕੈਂਡੀਡੇਟ ਸ਼ੈਲ ਹੈਵ ਦਾ ਐਕਵਾਇਰ ਦਾ ਕੁਆਲੀਫਿਕੇਸ਼ਨ ਔਰ ਉਰਦੂ ਐਮੋਜ਼ ਔਰ ਇਕੁਇਲੈਂਟ ਵਿਦ ਦ ਸਪੀਡ ਆਫ ਦਾ 1 ਈਅਰ ਫਰੋਮ ਦਾ ਡੇਟ ਆਫ ਦਾ ਅਪਾਇੰਟਮੈਂਟਸ। ਆ ਉਰਦੂ ਵਾਲੀ ਕਹਾਣੀ ਔਖੀ ਹੋ ਗਈ ਭਾਈ। ਹੁਣ ਉਰਦੂ ਵੀ ਤੁਹਾਡੇ ਕੋਲ ਜਾਂ ਇਸ ਦੇ ਇਕੁਇਲੈਂਟ ਜਿਹੜਾ 1 ਸਾਲ ਦਾ ਕੋਈ ਤੁਹਾਡੇ ਕੋਲ ਜਿਹੜਾ ਸਰਟੀਫਿਕੇਟ ਹੈ ਜਿਹੜਾ ਉਹ ਹੋਣਾ ਚਾਹੀਦਾ ਹੈ। ਤਾਂ ਸਹਾਇਕ ਲਾਇਬ੍ਰੇਰੀਅਨ ਵਾਸਤੇ ਉਰਦੂ ਦੀ ਕਹਾਣੀ ਆ ਗਿਆ। ਉਸ ਤੋਂ ਬਾਅਦ ਕੀ ਆ ਗਿਆ, ਪ੍ਰੂਫ ਰੀਡਰ ਆ ਗਿਆ। ਪ੍ਰੂਫ ਰੀਡਰ ਵਾਸਤੇ ਕੀ ਆ ਗਿਆ, ਸ਼ੁੱਡ ਹੈਵ ਦਾ ਪੋਜੈਸ ਗ੍ਰੈਜੂਏਸ਼ਨ ਫਰੋਮ ਦਾ ਰਿਕਗਨਾਈਜ਼ਡ। ਸਿੰਪਲ BA ਦੀ ਗੱਲ ਕਰ ਲਈ ਹੈ। ਸ਼ੁੱਡ ਐਟਲੀਸਟ 1 ਈਅਰ ਵਰਕਿੰਗ ਐਕਸਪੀਰੀਅੰਸ ਪ੍ਰੂਫ ਰੀਡਿੰਗ। ਤਾਂ ਇੱਥੇ ਪ੍ਰੂਫ ਰੀਡਰ ਦਾ ਜਿਹੜਾ ਤੁਹਾਡੇ ਕੋਲ ਐਕਸਪੀਰੀਅੰਸ ਆ ਉਹ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਦੈਨ ਕਾਪੀ ਹੋਲਡਰ ਦੇ ਵਿੱਚ ਕੀ ਆ ਗਿਆ, ਸ਼ੁੱਡ ਹੈਵ ਦਾ ਪੋਜੈਸ ਗ੍ਰੈਜੂਏਸ਼ਨ ਫਰੋਮ ਦਾ ਰਿਕਗਨਾਈਜ਼ਡ ਯੂਨੀਵਰਸਿਟੀ ਔਰ ਇੰਸਟੀਟਿਊਸ਼ਨਸ। BA ਹੋਣੀ ਚਾਹੀਦੀ ਹੈ, 1 ਈਅਰ ਐਕਸਪੀਰੀਅੰਸ ਪ੍ਰੂਫ ਰੀਡਿੰਗ ਦਾ। ਫਿਰ ਉਹੀ ਪ੍ਰੂਫ ਰੀਡਰ ਦਾ ਜਿਹੜਾ ਐਕਸਪੀਰੀਅੰਸ ਆ ਗਿਆ। ਮੋਟਰ ਗੱਡੀ ਇੰਸਪੈਕਟਰ ਦੇ ਵਿੱਚ ਕੀ ਆ ਗਿਆ, ਸ਼ੁੱਡ ਹੈਵ ਦਾ ਪੋਜੈਸ ਸੀਨੀਅਰ ਸੈਕੰਡਰੀ ਐਗਜ਼ਾਮੀਨੇਸ਼ਨ ਫਰੋਮ ਦਾ। ਅੱਛਾ +2 ਪਾਸ ਹੋਣੀ ਚਾਹੀਦੀ ਹੈ ਜੀ। +2 ਪਾਸ ਦੀ ਗੱਲ ਕਰ ਲਈ। ਦੈਨ ਹੋਰ ਨਾਲ ਐਲੀਜੀਬਿਲਿਟੀ ਕੀ ਹੋਣੀ ਚਾਹੀਦੀ ਹੈ, ਸ਼ੁੱਡ ਡਿਪਲੋਮਾ ਇਨ ਆਟੋਮੋਬਾਈਲ ਇੰਜੀਨੀਅਰਿੰਗ 3 ਈਅਰ ਕੋਰਸ। 3 ਸਾਲਾਂ ਦਾ ਡਿਪਲੋਮਾ ਹੁੰਦਾ ਹੈ ਆਟੋਮੋਬਾਈਲ ਦੇ ਵਿੱਚ। 3 ਈਅਰ ਡਿਪਲੋਮਾ ਇਨ ਮਕੈਨੀਕਲ ਇੰਜੀਨੀਅਰਿੰਗ 3 ਈਅਰ ਕੋਰਸ ਅਵਾਰਡਡ ਬਾਈ ਦਾ ਸਟੇਟ ਬੋਰਡ ਆਫ ਦਾ ਟੈਕਨੀਕਲ ਐਜੂਕੇਸ਼ਨ। ਦੈਨ ਹੋਰ ਕੀ ਆ ਗਿਆ, ਐਨੀ ਕੁਆਲੀਫਿਕੇਸ਼ਨ ਇਨ ਆਈਦਰ ਆਫ ਦਾ ਡਿਸਿਪਲਿਨਸ ਮੈਂਸ਼ਨਡ ਇਨ A। ਮਤਲਬ ਇਸ ਦੇ ਇਕੁਇਲੈਂਟ ਕੋਈ ਨਾ ਕੋਈ ਹੋਰ ਡਿਪਲੋਮਾ ਹੋਣਾ ਚਾਹੀਦਾ ਹੈ। BA ਦੇ ਵਿੱਚ ਮੰਨ ਲਓ ਕੋਈ ਵੀ ਸੈਂਟਰਲ ਜਿਹੜਾ ਡਿਪਲੋਮਾ ਜਾਂ ਡਿਗਰੀ ਤੁਹਾਡੇ ਕੋਲ ਹੋਣਾ ਚਾਹੀਦਾ। ਤਾਂ ਆਈ ਥਿੰਕ ਜਿਨ੍ਹਾਂ ਨੇ ਡਿਪਲੋਮਾ ਮਕੈਨੀਕਲ ਦਾ ਕੀਤਾ ਹੈ, BTech ਮਕੈਨੀਕਲ ਦਾ ਕੀਤਾ ਹੈ, ਉਹ ਮੋਟਰ ਗੱਡੀ ਇੰਸਪੈਕਟਰ ਵਾਲੇ ਦੇ ਵਿੱਚ ਜਾ ਸਕਦਾ ਜੀ। ਦੈਨ ਉਸ ਤੋਂ ਬਾਅਦ ਕੀ ਆ ਗਿਆ, ਐਕਸਪੀਰੀਅੰਸ ਦੀ ਗੱਲ ਕਰ ਲਈ। ਮਿਨੀਮਮ ਪੀਰੀਅਡ ਆਫ 1 ਈਅਰ ਇਨ ਦਾ ਰੈਪੂਟੇਟਡ ਆਟੋਮੋਬਾਈਲ ਵਰਕਸ਼ਾਪ ਅੰਡਰਟੇਕਸ ਰਿਪੇਅਰ ਆਫ ਦਾ ਲਾਈਟ ਮੋਟਰ ਵਹੀਕਲਸ। ਅਤੇ ਆ ਐਕਸਪੀਰੀਅੰਸ ਦੀ ਕਹਾਣੀ ਆ ਗਈ। ਡਿਪਲੋਮਾ ਤਾਂ ਹੋਣਾ ਹੀ ਹੋਣਾ ਚਾਹੀਦਾ ਜਾਂ ਡਿਗਰੀ ਹੋਣੀ ਚਾਹੀਦੀ ਹੈ, ਨਾਲ ਤੁਹਾਡੇ ਕੋਲ 1 ਸਾਲ ਦਾ ਤਜਰਬਾ ਵੀ ਹੋਣਾ ਚਾਹੀਦਾ ਹੈ ਉਸ ਫੀਲਡ ਦੇ ਵਿੱਚ। ਦੈਨ ਨੈਕਸਟ ਕੀ ਆ ਗਿਆ, ਡਰਾਈਵਿੰਗ ਲਾਇਸੈਂਸ ਦੀ ਗੱਲ ਆ ਗਈ ਹੈ ਜੀ। ਸ਼ੁੱਡ ਹੈਵ ਹੋਲਡ ਏ ਡਰਾਈਵਿੰਗ ਲਾਇਸੈਂਸ ਆਥੋਰਾਈਜ਼ਿੰਗ ਹਿਮ ਏ ਡਰਾਈਵਿੰਗ ਮੋਟਰਸਾਈਕਲ ਹੈਵੀ ਗੁੱਡਸ। ਤਾਂ ਹੈਵੀ ਲਾਇਸੈਂਸ ਹੋਣਾ ਚਾਹੀਦਾ ਹੈ। ਚਾਹੇ ਜਿਹੜੇ ਡਿਪਲੋਮਾ ਵਾਲੇ ਨੇ ਮਕੈਨੀਕਲ ਦਾ ਡਿਪਲੋਮਾ ਜਿਨ੍ਹਾਂ ਨੇ ਕੀਤਾ ਹੋਇਆ ਅਤੇ ਜਿਨ੍ਹਾਂ ਕੋਲ ਨਾਲ ਦੀ ਨਾਲ ਹੈਵੀ ਲਾਇਸੈਂਸ ਬਣਿਆ ਹੋਇਆ ਅਤੇ 1 ਸਾਲ ਦਾ ਤਜਰਬਾ ਵੀ ਹੈ। 3 ਕੰਡੀਸ਼ਨਾਂ ਜੇਕਰ ਕਿਸੇ ਬੱਚੇ ਕੋਲ ਹੈਗੀਆਂ ਨੇ ਤਾਂ ਉਹ ਇਸ ਪੋਸਟ ਦੇ ਲਈ ਅਪਲਾਈ ਕਰ ਸਕਦਾ ਹੈ। ਦੈਨ ਉਪਰੇਂਜਰ ਦੇ ਲਈ ਕੀ ਆ ਗਿਆ, ਪਾਸ ਏ ਡਿਗਰੀ ਆਫ ਬੈਚਲਰ ਇਨ ਸਾਇੰਸ ਔਰ ਏ ਡਿਗਰੀ ਆਫ ਬੈਚਲਰ ਇਨ ਇੰਜੀਨੀਅਰਿੰਗ। ਜ਼ਿਆਦਾ ਤੁਸੀਂ BTech ਕੀਤੀ ਹੋਣੀ ਚਾਹੀਦੀ ਹੈ ਜਾਂ ਤੁਸੀਂ BSc ਕੀਤੀ ਹੋਣੀ ਚਾਹੀਦੀ ਹੈ ਉਪਰੇਂਜਰ ਦੇ ਲਈ। ਅਤੇ ਤੁਹਾਡੀ ਜਿਹੜੀ ਹਾਈਟ ਹੈ 167 ਸੈਂਟੀਮੀਟਰ ਹੋਣੀ ਚਾਹੀਦੀ ਹੈ। ਫੀਮੇਲ ਦੇ ਲਈ 150 ਸੈਂਟੀਮੀਟਰ ਹੈ। ਚੈਸਟ 79 ਸੈਂਟੀਮੀਟਰ ਮੇਲ ਦੇ ਲਈ ਅਤੇ ਫੁਲਾ ਕੇ 84 ਸੈਂਟੀਮੀਟਰ। ਸਿਮਿਲਰਲੀ ਫੀਮੇਲ ਦੇ ਲਈ ਅਲੱਗ-ਅਲੱਗ। ਵਾਕ ਟੈਸਟ ਆਫ ਦਾ 25 ਕਿਲੋਮੀਟਰਸ। ਵਾਕ ਟੈਸਟ ਆਫ 25 ਕਿਲੋਮੀਟਰ ਫਾਰ ਮੇਲਸ ਐਂਡ 14 ਕਿਲੋਮੀਟਰ ਫਾਰ ਫੀਮੇਲਸ। 25 ਕਿਲੋਮੀਟਰ ਮੇਲ ਵਾਸਤੇ ਅਤੇ 14 ਕਿਲੋਮੀਟਰ ਫੀਮੇਲ ਵਾਸਤੇ ਵਾਕ ਟੈਸਟ ਹੋਏਗਾ। ਤੁਰਨਾ ਹੋਏਗਾ, ਚੱਲਣਾ ਹੋਏਗਾ।
ਤੇ ਮੱਛੀ ਪਾਲਣ ਅਫਸਰ ਦੇ ਲਈ ਕੀ ਆ ਗਿਆ ਜੀ, ਸ਼ੁੱਡ ਪੋਜੈਸ ਦਾ ਬੈਚਲਰ ਡਿਗਰੀ ਇਨ ਦਾ ਫਿਸ਼ਰੀਜ਼ ਸਾਇੰਸ ਫਰੋਮ ਏ ਰੈਕਗਨਾਈਜ਼ਡ ਯੂਨੀਵਰਸਿਟੀ। ਅੱਛਾ, ਫਿਸ਼ਰੀ ਦਾ ਡਿਪਲੋਮਾ ਜਾਂ ਡਿਗਰੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਭਾਈ। ਸ਼ੁੱਡ ਪੋਜੈਸ ਦਾ ਬੈਚਲਰ ਡਿਗਰੀ ਇਨ ਦਾ ਸਾਇੰਸ ਵਿਦ ਜੂਲੋਜੀ, ਔਰ ਜੂਲੋਜੀ ਵਾਲੇ ਜਿਹੜੇ BSc ਜੂਲੋਜੀ ਵਾਲੇ ਨੇ ਉਹ ਵੀ ਇਸ ਦੇ ਵਿੱਚ ਜਾ ਸਕਦੇ ਨੇ, ਕੋਈ ਪ੍ਰੋਬਲਮ ਨਹੀਂ ਹੈ, ਠੀਕ ਹੈ ਨਾ। ਤੇ ਪੰਜਾਬੀ ਜਿਹੜੀ ਤੁਹਾਡੇ ਕੋਲ 10ਵੀਂ ਦੇ ਵਿੱਚ ਹੋਣੀ ਚਾਹੀਦੀ ਹੈ। ਤਾਂ ਆ ਅਲੱਗ-ਅਲੱਗ ਅਸਾਮੀਆਂ ਤੇ ਉਹਨਾਂ ਦਾ ਜਿਹੜਾ ਵੇਰਵਾ ਸੀਗਾ। ਉਸ ਤੋਂ ਬਾਅਦ ਜਿਹੜੀ ਇਹਦੀ ਆਪਾਂ ਅਪਲਾਈ ਕਰਨ ਦੀ ਜਿਹੜੀ ਮਿਤੀ ਦੇਖ ਲਈ, ਉਮਰ ਸੀਮਾ ਤੁਹਾਨੂੰ ਪਤਾ ਹੀ ਹੈ 18 ਤੋਂ 37 ਦੀ ਕਹਾਣੀ ਹੈ, ਹਰੇਕ ਵੈਕੈਂਸੀ ਦੇ ਲਈ ਆਹੀ ਹੁੰਦੀ ਹੈ। 1/1/2023 ਤੋਂ ਦੀ ਤੁਹਾਡੀ ਜਿਹੜੀ ਉਮਰ ਹੈ ਇਸ ਹਿਸਾਬ ਨਾਲ ਹੋਣੀ ਚਾਹੀਦੀ ਹੈ। ਬਾਕੀ ਜਿਹੜੀ ਕੈਟਾਗਰੀ ਵਾਈਜ਼ ਜਿਹੜੀ ਛੋਟ ਹੈਗੀ ਉਹ ਹੈਗੀ ਹੈ। ਦੈਨ ਉਸ ਤੋਂ ਬਾਅਦ ਫੀਸ ਦੀ ਗੱਲ ਕਰ ਲਈਏ ਤਾਂ ਉਹੀ ਜਰਨਲ ਵਾਸਤੇ 1000, EWS ਵਾਸਤੇ SC BC ਅਤੇ EWS ਵਾਸਤੇ 250 ਰੁਪਇਆ, ਐਕਸ ਸਰਵਿਸਮੈਨ ਸੇ 200 ਰੁਪਇਆ ਅਤੇ ਹੈਂਡੀਕੈਪ ਵਾਸਤੇ 500 ਰੁਪਏ ਦੀ ਜਿਹੜੀ ਹੈ ਫੀਸ ਰੱਖੀ ਗਈ ਹੈ। ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਚੋਣ ਵਿਧੀ ਜਿਹੜੀ ਹੈਗੀ ਉਹੀ ਜਿਹੜਾ ਰਿਟਨ ਟੈਸਟ ਲਿਆ ਜਾਏਗਾ, ਠੀਕ ਹੈ ਜੀ। ਤਾਂ ਬਾਕੀ ਜਿਹੜੀ ਮੈਰਿਟ ਆ ਉਸੇ ਦੇ ਬਿਹਾਫ 'ਤੇ ਬਣੇਗੀ। ਤਾਂ ਆਹ ਸੀਗੇ ਜੀ ਆਪਣੀਆਂ ਅਲੱਗ-ਅਲੱਗ ਵੈਕੈਂਸੀਜ਼ ਅਤੇ ਉਹਨਾਂ ਦੀ ਕੁਆਲੀਫਿਕੇਸ਼ਨਸ। ਤਾਂ ਤੁਸੀਂ ਅਪਲਾਈ ਜਿਹੜਾ ਉਹ ਕਰ ਸਕਦੇ ਹੋ। ਜਿਹੜੀ ਅਪਲਾਈ ਕਰਨ ਦੀ ਵਿਧੀ ਆ ਗਈ ਉਹ ਵੈਬਸਾਈਟ 'ਤੇ ਜਾ ਕੇ ਕਲਿੱਕ ਕਰਕੇ ਮਿਤੀ 28/8 ਤੋਂ 28 ਅਗਸਤ ਤੋਂ ਸ਼ੁਰੂ ਹੋ ਚੁੱਕਿਆ ਜੀ ਅਪਲਾਈ ਹੋਣਾ। ਦੈਨ 22/9/2000 ਸ਼ਾਮ ਦੇ 5 ਵਜੇ ਤੱਕ ਆਖਰੀ ਜਿਹੜੀ ਇਹਦੀ ਡੇਟ ਹੈ, ਠੀਕ ਹੈ ਜੀ। ਤਾਂ ਤੁਸੀਂ ਆਪਣੀ ਪਹਿਲਾਂ ਹੀ, ਕਿਉਂਕਿ ਜਿਹੜੀ ਹੈ ਫੀਸ ਭਰਨ ਦੀ ਆਖਰੀ ਡੇਟ ਹੈ, ਇਸ ਤੋਂ ਪਹਿਲਾਂ ਤੁਸੀਂ ਆਪਣਾ ਪੜਾਅ ਹੈ ਜਿਹੜਾ ਉਹ ਪੂਰਾ ਕਰ ਸਕਦੇ ਹੋ। ਫੀਸ ਕਰਾਉਣ ਦੀ ਜਿਹੜੀ ਆਖਰੀ ਮਿਤੀ ਉਹ ਆ ਗਈ 25/9। ਤਾਂ 22 ਤਰੀਕ ਅਪਲਾਈ ਕਰਨ ਦੀ ਹੈ ਅਤੇ ਫੀਸ ਦੀ ਜਿਹੜੀ 3 ਦਿਨ ਬਾਅਦ ਤੱਕ ਦੀ ਹੈ। 25/9 ਤੱਕ ਤੁਸੀਂ ਆਪਣੀ ਫੀਸ ਹੈ ਜਿਹੜੀ ਉਹ 5 ਵਜੇ ਤੱਕ, ਸ਼ਾਮ ਨੂੰ 5 ਵਜੇ ਤੱਕ ਉਹ ਜਿਹੜੀ ਭਰ ਸਕਦੇ ਹੋ। ਤਾਂ ਵੀਡੀਓ ਵਧੀਆ ਲੱਗੀ ਹੈ ਤਾਂ ਦੋਸਤੋ ਪਲੀਜ਼ ਸ਼ੇਅਰ ਕਰ ਲਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਟਾਈਮ ਟੂ ਟਾਈਮ ਜਿਹੜੀਆਂ ਨਵੀਆਂ ਵੈਕੈਂਸੀਜ਼ ਜਿੰਨੀਆਂ ਵੀ ਨਿਕਲਣਗੀਆਂ ਉਹਨਾਂ ਦੇ ਇਨਫੋਰਮੇਸ਼ਨ ਤੁਹਾਡੇ ਸਾਹਮਣੇ ਅਸੀਂ ਲੈ ਕੇ ਹਾਜ਼ਰ ਹੁੰਦੇ ਹਾਂ। ਓਕੇ ਜੀ, ਥੈਂਕ ਯੂ, ਧੰਨਵਾਦ।